ਓਮ ਸ਼ਾਂਤੀ। ਅੱਜ ਸੁਣਦੇ ਹਾਂ 4 ਫਰਵਰੀ 2025 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੀ, ਮਿੱਠੇ ਬੱਚੇ, ਬਾਪ ਤੁਹਾਨੂੰ ਅਵਿਨਾਸ਼ੀ ਗਿਆਨ ਰਤਨਾ ਦਾ ਦਾਨ ਦਿੱਤੇ ਨੇ। ਤੁਸੀਂ ਫਿਰ ਹੋਰਾਂ ਨੂੰ ਦਾਨ ਦਿੱਤੇ ਰਹੋ। ਐਸੇ ਦਾਨ ਨਾਲ ਸਦਗਤੀ ਹੋ ਜਾਵੇਗੀ। ਪ੍ਰਸ਼ਨ ਹੈ, ਕਿਹੜਾ ਨਵਾਂ ਰਸਤਾ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਵੀ ਨਹੀਂ ਜਾਣਦਾ? ਕਿਹੜਾ ਨਵਾਂ ਰਸਤਾ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਵੀ ਨਹੀਂ ਜਾਣਦਾ? ਉੱਤਰ ਵਿੱਚ ਬਾਬਾ ਨੇ ਦੱਸਿਆ, ਘਰ ਦਾ ਰਸਤਾ, ਸਵਰਗ ਜਾਣ ਦਾ ਰਸਤਾ ਹੁਣ ਬਾਪ ਦੁਆਰਾ ਤੁਹਾਨੂੰ ਮਿਲਿਆ ਹੈ। ਤੁਸੀਂ ਜਾਣਦੇ ਹੋ ਸ਼ਾਂਤੀ ਧਾਮ ਆਤਮਾਵਾਂ ਦਾ ਘਰ ਹੈ। ਸਵਰਗ ਵੱਖ ਹੈ, ਸ਼ਾਂਤੀ ਧਾਮ ਵੱਖ ਹੈ। ਇਹ ਨਵਾਂ ਰਸਤਾ ਤੁਹਾਡੇ ਸਿਵਾਏ ਕੋਈ ਵੀ ਨਹੀਂ ਜਾਣਦਾ। ਤੁਸੀਂ ਕਹਿੰਦੇ ਹੋ ਕੁੰਭਕਰਨ ਦੀ ਨੀਂਦ ਨੂੰ ਛੱਡੋ, ਅੱਖ ਖੋਲੋ, ਪਾਵਨ ਬਣੋ। ਪਾਵਨ ਬਣ ਕੇ ਹੀ ਘਰ ਜਾ ਸਕੋਗੇ। ਗੀਤ ਹੈ, ਜਾਗ ਸਜਨੀਆ ਜਾਗ, ਨਵਯੁਗ ਆਇਆ ਰੇ। ਓਮ ਸ਼ਾਂਤੀ। ਭਗਵਾਨੋ ਵਾਚ। ਇਹ ਤਾਂ ਬਾਪ ਨੇ ਸਮਝਾਇਆ ਮਨੁੱਖ ਨੂੰ, ਦੇਵਤਾਵਾਂ ਨੂੰ। ਭਗਵਾਨ ਨਹੀਂ ਕਿਹਾ ਜਾਂਦਾ ਕਿਉਂਕਿ ਇਹਨਾਂ ਦਾ ਸਾਕਾਰੀ ਰੂਪ ਹੈ। ਬਾਕੀ ਪਰਮ ਪਿਤਾ ਪਰਮਾਤਮਾ ਦਾ ਨਾ ਆਕਾਰੀ ਨਾ ਸਾਕਾਰੀ ਰੂਪ ਹੈ। ਇਸ ਲਈ ਉਹਨਾਂ ਨੂੰ ਸ਼ਿਵ ਪਰਮਾਤਮਾ ਨਮੈ ਕਿਹਾ ਜਾਂਦਾ ਹੈ। ਗਿਆਨ ਦਾ ਸਾਗਰ ਉਹ ਇੱਕ ਹੀ ਹੈ। ਕੋਈ ਮਨੁੱਖ ਵਿੱਚ ਗਿਆਨ ਹੋ ਨਹੀਂ ਸਕਦਾ। ਕਿਸ ਦਾ ਗਿਆਨ? ਰਚਨਾ ਤੇ ਰਚਨਾ ਦੇ ਆਦਿ ਮਧਿਅੰਤ ਦਾ ਗਿਆਨ। ਆਤਮਾ ਪਰਮਾਤਮਾ ਦਾ ਗਿਆਨ ਕੋਈ ਵਿੱਚ ਨਹੀਂ ਹੈ। ਬਾਪ ਆ ਕੇ ਜਗਾਉਂਦੇ ਨੇ, ਹੇ ਸਜਣਿਓ, ਹੇ ਭਗਤਨੀਓ ਜਾਗੋ। ਸਾਰੀ ਮੇਲ ਫੀਮੇਲ ਭਗਤਨੀਆਂ ਨੇ ਭਗਵਾਨ ਨੂੰ ਯਾਦ ਕਰਦੇ ਨੇ। ਸਾਰੀ ਬ੍ਰਾਈਡਸ ਯਾਦ ਕਰਦੀਆਂ ਨੇ ਇੱਕ ਬ੍ਰਾਈਡ ਗਰੂਮ ਨੂੰ। ਸਾਰੇ ਆਸ਼ਿਕ ਆਤਮਾਵਾਂ ਪਰਮ ਪਿਤਾ ਪਰਮਾਤਮਾ ਮਾਸ਼ੂਕ ਨੂੰ ਯਾਦ ਕਰਦੀਆਂ ਨੇ। ਸਭ ਸੀਤਾਵਾਂ ਇੱਕ ਰਾਮ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੀਆਂ ਨੇ। ਰਾਮ ਅੱਖਰ ਕਿਉਂ ਕਹਿੰਦੀ? ਕਿਉਂਕਿ ਰਾਵਣ ਰਾਜ ਹੈ ਨਾ। ਉਹਨਾਂ ਦੀ ਭੇਟ ਵਿੱਚ ਰਾਮ ਰਾਜ ਕਿਹਾ ਜਾਂਦਾ ਹੈ। ਰਾਮ ਹੈ ਬਾਪ, ਜਿਨ੍ਹਾਂ ਨੂੰ ਈਸ਼ਵਰ ਵੀ ਕਹਿੰਦੇ ਨੇ, ਭਗਵਾਨ ਵੀ ਕਹਿੰਦੇ ਨੇ। ਅਸਲੀ ਨਾਮ ਉਹਨਾਂ ਦਾ ਹੈ ਸ਼ਿਵ। ਹੁਣ ਉਹ ਕਹਿੰਦੇ ਨੇ ਜਾਗੋ, ਨਵਯੁਗ ਆਂਦਾ ਹੈ, ਪੁਰਾਣਾ ਖਤਮ ਹੋ ਰਿਹਾ ਹੈ। ਇਸ ਮਹਾਭਾਰਤ ਲੜਾਈ ਤੋਂ ਬਾਅਦ ਸਤਯੁਗ ਸਥਾਪਨ ਹੁੰਦਾ ਹੈ। ਫਿਰ ਇਹਨਾਂ ਸ਼੍ਰੀ ਲਕਸ਼ਮੀ ਨਾਰਾਇਣ ਦਾ ਰਾਜ ਹੋਵੇਗਾ। ਪੁਰਾਣਾ ਕਲਯੁਗ ਖਤਮ ਹੋ ਰਿਹਾ ਹੈ। ਇਸ ਲਈ ਬਾਪ ਕਹਿੰਦੇ ਨੇ ਬੱਚੇ, ਕੁੰਭਕਰਨ ਦੀ ਨੀਂਦ ਛੱਡੋ, ਹੁਣ ਅੱਖਾਂ ਖੋਲੋ। ਨਵੀਂ ਦੁਨੀਆ ਆਂਦੀ ਹੈ। ਨਵੀਂ ਦੁਨੀਆ ਨੂੰ ਸਵਰਗ ਸਤਯੁਗ ਕਿਹਾ ਜਾਂਦਾ ਹੈ। ਇਹ ਹੈ ਨਵਾਂ ਰਸਤਾ। ਇਹ ਘਰ ਜਾਂ ਸਵਰਗ ਵਿੱਚ ਜਾਣ ਦਾ ਰਸਤਾ ਕੋਈ ਵੀ ਜਾਣਦੇ ਨਹੀਂ। ਸਵਰਗ ਵੱਖ ਹੈ, ਸ਼ਾਂਤੀ ਧਾਮ ਜਿੱਥੇ ਆਤਮਾਵਾਂ ਰਹਿੰਦੀਆਂ ਨੇ ਉਹ ਵੱਖ ਹੈ। ਹੁਣ ਬਾਪ ਕਹਿੰਦੇ ਜਾਗੋ, ਤੁਸੀਂ ਰਾਵਣ ਰਾਜ ਵਿੱਚ ਪਤਿਤ ਹੋ ਗਏ ਹੋ। ਇਸ ਸਮੇਂ ਇੱਕ ਵੀ ਪਵਿੱਤਰ ਆਤਮਾ ਨਹੀਂ ਹੋ ਸਕਦੀ। ਪੁੰਨ ਆਤਮਾ ਨਹੀਂ ਕਹਾਂਗੇ। ਭਲੇ ਮਨੁੱਖ ਦਾਨ ਪੁੰਨ ਕਰਦੇ ਨੇ, ਪਰ ਪਵਿੱਤਰ ਆਤਮਾ ਇੱਕ ਵੀ ਨਹੀਂ। ਇੱਥੇ ਕਲਯੁਗ ਵਿੱਚ ਨੇ ਪਤਿਤ ਆਤਮਾਵਾਂ, ਸਤਯੁਗ ਵਿੱਚ ਨੇ ਪਾਵਨ ਆਤਮਾਵਾਂ। ਇਸ ਲਈ ਕਹਿੰਦੇ ਨੇ, ਹੇ ਸ਼ਿਵ ਬਾਬਾ, ਆ ਕੇ ਸਾਨੂੰ ਪਾਵਨ ਆਤਮਾ ਬਣਾਓ। ਇਹ ਪਵਿੱਤਰਤਾ ਦੀ ਗੱਲ ਹੈ। ਇਸ ਸਮੇਂ ਬਾਪ ਆ ਕੇ ਤੁਸੀਂ ਬੱਚਿਆਂ ਨੂੰ ਅਵਿਨਾਸ਼ੀ ਗਿਆਨ ਰਤਨਾ ਦਾ ਦਾਨ ਦਿੰਦੇ ਨੇ। ਕਹਿੰਦੇ ਵੀ ਨੇ ਤੁਸੀਂ ਹੋਰਾਂ ਨੂੰ ਦਾਨ ਦਿੱਤੇ ਰਹੋ ਤਾਂ 5 ਵਿਕਾਰਾਂ ਦਾ ਗ੍ਰਹਿਣ ਛੁੱਟ ਜਾਏਗਾ। 5 ਵਿਕਾਰਾਂ ਦਾ ਦਾਨ ਦਿਓਗੇ ਤਾਂ ਦੁੱਖ ਦਾ ਗ੍ਰਹਿਣ ਛੁੱਟ ਜਾਏਗਾ। ਪਵਿੱਤਰ ਬਣ ਸੁਖ ਧਾਮ ਚਲੇ ਜਾਓਗੇ। 5 ਵਿਕਾਰਾਂ ਵਿੱਚ ਨੰਬਰ 1 ਹੈ ਕਾਮ ਵਿਕਾਰ। ਉਸ ਨੂੰ ਛੱਡ ਪਵਿੱਤਰ ਬਣੋ। ਖੁਦ ਵੀ ਕਹਿੰਦੇ ਨੇ, ਹੇ ਪਤਿਤ ਪਾਵਨ, ਸਾਨੂੰ ਪਾਵਨ ਬਣਾਓ। ਪਤਿਤ ਵਿਕਾਰੀ ਨੂੰ ਕਿਹਾ ਜਾਂਦਾ ਹੈ। ਇਹ ਸੁੱਖ ਦੁੱਖ ਦਾ ਖੇਡ ਭਾਰਤ ਦੇ ਲਈ ਹੀ ਹੈ। ਬਾਪ ਭਾਰਤ ਵਿੱਚ ਆ ਕੇ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰਦੇ ਨੇ। ਫਿਰ ਇਹਨਾਂ ਦੀ ਬਾਇਓਗ੍ਰਾਫੀ ਬੈਠ ਸੁਣਾਉਂਦੇ ਨੇ। ਇਹ ਸਭ ਬ੍ਰਾਹਮਣ ਬ੍ਰਾਹਮਣੀਆਂ, ਪ੍ਰਜਾਪਿਤਾ ਬ੍ਰਹਮਾ ਦੀ ਔਲਾਦ। ਤੁਸੀਂ ਸਭ ਨੂੰ ਪਵਿੱਤਰ ਬਣਨ ਦੀ ਯੁਕਤੀ ਦੱਸਦੇ ਹੋ। ਬ੍ਰਹਮਾ ਕੁਮਾਰ ਕੁਮਾਰੀਆਂ, ਤੁਸੀਂ ਵਿਕਾਰ ਵਿੱਚ ਜਾ ਨਹੀਂ ਸਕਦੇ ਹੋ। ਤੁਸੀਂ ਬ੍ਰਾਹਮਣਾਂ ਦਾ ਇੱਕ ਹੀ ਜਨਮ ਹੈ। ਦੇਵਤਾ ਬਣਨ ਵਿੱਚ ਤੁਸੀਂ
20 ਜਨਮ ਲੈਤੇ ਹੋ। ਵੈश्य ਸ਼ੂਦਰ ਵਰਨ ਵਿੱਚ 63 ਜਨਮ। ਬ੍ਰਾਹਮਣ ਵਰਨ ਦਾ ਅੰਤਿਮ ਜਨਮ ਹੈ, ਜਿਸ ਵਿੱਚ ਪਵਿੱਤਰ ਬਣਨਾ ਹੈ। ਬਾਪ ਕਹਿੰਦੇ ਨੇ ਪਵਿੱਤਰ ਬਣੋ। ਬਾਪ ਦੀ ਯਾਦ ਯੋਗ ਬਲ ਨਾਲ ਵਿਕਰਮ ਭਸਮ ਹੋਣਗੇ। ਇੱਕ ਜਨਮ ਪਵਿੱਤਰ ਬਣਨਾ ਹੈ। ਸਾਜਯੁਗ ਵਿੱਚ ਕੋਈ ਪਤਿਤ ਨਹੀਂ ਹੁੰਦਾ। ਹੁਣੇ ਅੰਤਿਮ ਜਨਮ ਪਾਵਨ ਕਰੋਗੇ। 21 ਜਨਮ ਪਾਵਨ ਰਹੋਗੇ। ਪਾਵਨ ਸੀ, ਹੁਣ ਪਤਿਤ ਬਣੇ ਹੋ। ਪਤਿਤ ਹੈ ਤਾਈ ਤਾਂ ਬੁਲਾਉਂਦੇ ਨੇ। ਪਤਿਤ ਬਣਾਇਆ ਕਿਸਨੇ? ਰਾਵਣ ਦੀ ਆਸੁਰੀ ਮਤ ਨੇ। ਸਿਵਾਏ ਮੇਰੇ ਤੁਸੀਂ ਬੱਚਿਆਂ ਨੂੰ ਰਾਵਣ ਰਾਜ ਤੋਂ, ਦੁੱਖ ਤੋਂ ਕੋਈ ਵੀ ਲਿਬਰੇਟ ਨਹੀਂ ਕਰ ਸਕਦਾ। ਸਭ ਕਾਮ ਚਿਤਾ ਕੇ ਬਾਅਦ ਭਸਮ ਹੋ ਗਏ ਨੇ। ਮੈਨੂੰ ਆ ਕੇ ਗਿਆਨ ਚਿਤਾ ਤੇ ਬਿਠਾਣਾ ਪੈਂਦਾ ਹੈ। ਗਿਆਨ ਜਲ ਪਾਣਾ ਪੈਂਦਾ ਹੈ। ਸਭ ਦੀ ਸਦਗਤੀ ਕਰਨੀ ਪਵੇ। ਜੋ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਦੇ ਨੇ ਉਹਨਾਂ ਦੀ ਸਦਗਤੀ ਹੁੰਦੀ ਹੈ। ਬਾਕੀ ਸਭ ਚਲੇ ਜਾਂਦੇ ਨੇ ਸ਼ਾਂਤੀ ਧਾਮ ਵਿੱਚ। ਸਾਜਯੁਗ ਵਿੱਚ ਸਿਰਫ ਦੇਵੀ ਦੇਵਤਾ ਨੇ, ਉਹਨਾਂ ਨੂੰ ਸਦਗਤੀ ਮਿਲੀ ਹੋਈ ਹੈ। ਬਾਕੀ ਸਭ ਨੂੰ ਗਤੀ ਮੁਕਤੀ ਮਿਲਦੀ ਹੈ। 5000 ਵਰ੍ਹੇ ਪਹਿਲੇ ਇਹਨਾਂ ਦੇਵੀ ਦੇਵਤਾਵਾਂ ਦਾ ਰਾਜ ਸੀ। ਲੱਖਾਂ ਵਰ੍ਹਿਆਂ ਦੀ ਗੱਲ ਹੈ ਨਹੀਂ। ਹੁਣ ਬਾਪ ਕਹਿੰਦੇ ਨੇ ਮਿੱਠੇ ਮਿੱਠੇ ਬੱਚੋ, ਮੁਝ ਬਾਪ ਨੂੰ ਯਾਦ ਕਰੋ। ਮਨ ਮਨਾ ਭਵ ਅੱਖਰ ਪ੍ਰਸਿੱਧ ਹੈ। ਭਗਵਾਨ ਵਾਚ ਕੋਈ ਵੀ ਦੇਤਾਰੀ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਆਤਮਾ ਤਾਂ ਇੱਕ ਸਰੀਰ ਛੱਡ ਦੂਜਾ ਲੈਂਦੀਆਂ ਨੇ। ਕਦੇ ਇਸਤਰੀ ਕਦੇ ਪੁਰਸ਼ ਬਣਦੀਆਂ ਨੇ। ਭਗਵਾਨ ਕਦੇ ਵੀ ਜਨਮ ਮਰਨ ਦੇ ਖੇਡ ਵਿੱਚ ਨਹੀਂ ਆਉਂਦੇ। ਇਹ ਡਰਾਮਾ ਅਨੁਸਾਰ ਨੋਂਦ ਹੈ। ਇੱਕ ਜਨਮ ਨਾ ਮਿਲੇ ਦੂਜੇ ਨਾ, ਫਿਰ ਤੁਹਾਡਾ ਇਹ ਜਨਮ ਰਿਪੀਟ ਹੋਏਗਾ। ਇਹੀ ਹੈ ਤੇ ਇਹੀ ਫੀਚਰ ਫਿਰ ਲਓਗੇ। ਇਹ ਡਰਾਮਾ ਅਨਾਦਿ ਬਣਿਆ ਬਣਾਇਆ ਹੈ, ਇਹ ਬਦਲ ਨਹੀਂ ਸਕਦਾ। ਸ਼੍ਰੀ ਕ੍ਰਿਸ਼ਨ ਨੂੰ ਜੋ ਸਰੀਰ ਸਾਜੂ ਵਿੱਚ ਸੀ ਉਹ ਫਿਰ ਉੱਥੇ ਮਿਲੇਗਾ। ਉਹ ਆਤਮਾ ਹੁਣ ਇੱਥੇ ਹੈ। ਤੁਸੀਂ ਜਾਣਦੇ ਹੋ ਅਸੀਂ ਸੋ ਬਣਾਂਗੇ। ਇਹ ਸ਼੍ਰੀ ਲక్ష్ਮੀ ਨਾਰਾਇਣ ਦੇ ਫੀਚਰ ਐਕੂਰੇਟ ਨਹੀਂ ਬਣਨਗੇ, ਫਿਰ ਵੀ ਉਹੀ। ਇਹ ਗੱਲਾਂ ਨਵਾਂ ਕੋਈ ਸਮਝ ਨਾ ਸਕੇ। ਚੰਗੀ ਤਰ੍ਹਾਂ ਜਦੋਂ ਕਿਸੇ ਨੂੰ ਸਮਝਾਓ ਤਾਂ 84 ਦਾ ਚੱਕਰ ਜਾਣਨਗੇ, ਸਮਝਣਗੇ ਬਰੋਬਰ। ਹਰੇਕ ਜਨਮ ਵਿੱਚ ਨਾਮ ਰੂਪ ਫੀਚਰ ਵੱਖ-ਵੱਖ ਹੁੰਦੇ ਨੇ। ਹੁਣ ਇਹਨਾਂ ਦੇ ਅੰਤਿਮ 84ਵੇਂ ਜਨਮ ਦੇ ਫੀਚਰ ਇਹ ਨੇ। ਇਸ ਲਈ ਨਾਰਾਇਣ ਦੇ ਫੀਚਰ ਕਰੀਬ-ਕਰੀਬ ਅਜਿਹੇ ਦਿਖਾਏ ਨੇ, ਨਹੀਂ ਤਾਂ ਮਨੁੱਖ ਸਮਝ ਨਾ ਸਕਣ। ਤੁਸੀਂ ਬੱਚੇ ਜਾਣਦੇ ਹੋ ਮੰਮਾ ਬਾਬਾ ਹੀ ਸ਼੍ਰੀ ਲక్ష్ਮੀ ਨਾਰਾਇਣ ਬੱਤੇ ਨੇ। ਇੱਥੇ ਤਾਂ 5 ਤੱਤ ਪਵਿੱਤਰ ਹੈ ਨਹੀਂ। ਇਹ ਸਰੀਰ ਸਭ ਪਤਿਤ ਨੇ। ਸਾਜੂ ਵੀ ਸਰੀਰ ਵੀ ਪਾਵਨ ਹੁੰਦੇ ਨੇ। ਸ਼੍ਰੀ ਕ੍ਰਿਸ਼ਨ ਨੂੰ ਮੋਸਟ ਬਿਊਟੀਫੁਲ ਕਹਿੰਦੇ ਨੇ। ਨੈਚੁਰਲ ਬਿਊਟੀ ਹੁੰਦੀ ਹੈ। ਇੱਥੇ ਵਿਲਾਇਤ ਵਿੱਚ ਭਲੇ ਗੋਰੇ ਮਨੁੱਖ ਨੇ, ਪਰ ਉਹਨਾਂ ਨੂੰ ਦੇਵਤਾ ਥੋੜੀ ਕਹਾਂਗੇ। ਦੈਵੀ ਗੁਣ ਨਹੀਂ ਹੈ ਨਾ। ਬਾਪ ਕਿੰਨਾ ਚੰਗੀ ਤਰ੍ਹਾਂ ਬੈਠ ਸਮਝਾਤੇ ਨੇ। ਇਹ ਹੈ ਉੱਚੇ ਤੇ ਉੱਚੀ ਪੜ੍ਹਾਈ, ਜਿਸ ਨਾਲ ਤੁਹਾਡੀ ਕਿੰਨੀ ਉੱਚੀ ਕਮਾਈ ਹੁੰਦੀ ਹੈ। ਅਣਗਿਣਤ ਹੀਰੇ ਜਵਾਹਰ ਧਨ ਹੁੰਦਾ ਹੈ। ਉੱਥੇ ਹੀਰੇ ਜਵਾਹਰਾਂ ਦੇ ਮਹਿਲ ਸੀ, ਉਹ ਸਭ ਗੁੰਮ ਹੋ ਗਿਆ। ਤੁਸੀਂ ਕਿੰਨੇ ਧਨਵਾਨ ਬਣਦੇ ਹੋ। ਅਪਰੰਪਾਰ ਕਮਾਈ ਹੈ 21 ਜਨਮਾਂ ਦੇ ਲਈ। ਇਸ ਵਿੱਚ ਬਹੁਤ ਮਿਹਨਤ ਚਾਹੀਦੀ ਹੈ। ਦੇਹੀ ਅਭਿਮਾਨੀ ਬਣਨਾ ਹੈ। ਅਸੀਂ ਆਤਮਾ ਹਾਂ। ਪੁਰਾਣਾ ਸਰੀਰ ਛੱਡ ਵਾਪਿਸ ਘਰ ਜਾਣਾ ਹੈ। ਹੁਣ ਬਾਪ ਲੈਣ ਦੇ ਲਈ ਆਏ ਨੇ। ਆਤਮਾ ਨੇ 84 ਜਨਮ ਪੂਰੇ ਕੀਤੇ, ਫਿਰ ਪਾਵਨ ਬਣਨਾ ਹੈ। ਬਾਪ ਨੂੰ ਯਾਦ ਕਰਨਾ ਹੈ, ਨਹੀਂ ਤਾਂ ਕਿਆਮਤ ਦਾ ਸਮੇਂ ਹੈ। ਸਜ਼ਾ ਖਾ ਕੇ ਵਾਪਿਸ ਚਲੇ ਜਾਓਗੇ। ਹਿਸਾਬ ਕਿਤਾਬ ਸਭ ਨੂੰ ਚੁਕਤੂ ਕਰਨਾ ਹੀ ਹੈ। ਭਗਤੀ ਮਾਰਗ ਵਿੱਚ ਕਾਸ਼ੀ ਕਲਵਟ ਖਾਂਦੇ ਸੀ, ਕੋਈ ਮੁਕਤੀ ਨੂੰ ਨਹੀਂ ਪਾਉਂਦੇ। ਉਹ ਹੈ ਭਗਤੀ ਮਾਰਗ, ਇਹ ਹੈ ਗਿਆਨ ਮਾਰਗ। ਇਸ ਵਿੱਚ ਜੀਵ ਘਾਤ ਕਰਨ ਦੀ ਦਰਕਾਰ ਨਹੀਂ ਰਹਿੰਦੀ। ਉਹ ਹੈ ਜੀਵ ਘਾਤ, ਫਿਰ ਵੀ ਭਾਵਨਾ ਰਹਿੰਦੀ ਹੈ। ਮੁਕਤੀ ਨੂੰ ਪਾਈਏ, ਇਸ ਲਈ ਪਾਪਾਂ ਦਾ ਹਿਸਾਬ ਕਿਤਾਬ ਚੁਕਤੂ ਹੋ, ਫਿਰ ਚਾਲੂ ਹੁੰਦਾ ਹੈ। ਹੁਣ ਤਾਂ ਕਾਸ਼ੀ ਕਲਵਟ ਦਾ ਵੀ ਕੋਈ ਮੁਸ਼ਕਿਲ ਹਿੰਮਤ ਰੱਖਦੇ ਨੇ। ਬਾਕੀ ਮੁਕਤੀ ਜੀਵਨ ਮੁਕਤੀ ਐਵੇਂ ਨਹੀਂ ਮਿਲ ਸਕਦੀ। ਬਾਪ ਬਿਗਰ ਜੀਵਨ ਮੁਕਤੀ ਕੋਈ ਦੇ ਨਹੀਂ ਸਕਦਾ। ਆਤਮਾਵਾਂ ਆਂਦੀਆਂ ਨੇ,
ਫਿਰ ਵਾਪਿਸ ਕਿਵੇਂ ਜਾਣਗੀਆਂ। ਬਾਪ ਆ ਕੇ ਸਰਬ ਦੀ ਸਦਗਤੀ ਕਰਕੇ ਵਾਪਿਸ ਲੈ ਜਾਣਗੇ। ਸਾਜੂ ਵਿੱਚ ਬਹੁਤ ਥੋੜੇ ਮਨੁੱਖ ਰਹਿੰਦੇ ਨੇ। ਆਤਮਾ ਕਦੇ ਵਿਨਾਸ਼ ਨਹੀਂ ਹੁੰਦੀ। ਆਤਮਾ ਅਵਿਨਾਸ਼ੀ ਹੈ, ਸਰੀਰ ਵਿਨਾਸ਼ੀ ਹੈ। ਸਾਜੂ ਵਿੱਚ ਆਯੂ ਵੱਡੀ ਹੁੰਦੀ ਹੈ, ਦੁੱਖ ਦੀ ਗੱਲ ਨਹੀਂ। ਇੱਕ ਸਰੀਰ ਛੋੜ ਦੂਜਾ ਲੈਂਦੇ ਹਾਂ। ਜੇ ਸੱਪ ਦਾ ਮਿਸਾਲ, ਉਸਨੂੰ ਮਰਨਾ ਨਹੀਂ ਕਿਹਾ ਜਾਂਦਾ। ਦੁੱਖ ਦੀ ਗੱਲ ਨਹੀਂ। ਸਮਝਦੇ ਨੇ ਟਾਈਮ ਪੂਰਾ ਹੋ ਗਿਆ, ਇਸ ਸਰੀਰ ਨੂੰ ਛੱਡ ਦੂਜਾ ਲਵਾਂਗੇ। ਤੁਸੀਂ ਬੱਚਿਆਂ ਨੂੰ ਇਸ ਸਰੀਰ ਤੋਂ ਡਿਟੈਚ ਹੋਣ ਦਾ ਅਭਿਆਸ ਇੱਥੇ ਹੀ ਕਰਨਾ ਹੈ। ਮੈਂ ਆਤਮਾ ਹਾਂ, ਹੁਣ ਸਾਨੂੰ ਵਾਪਿਸ ਘਰ ਜਾਣਾ ਹੈ। ਫਿਰ ਨਵੀਂ ਦੁਨੀਆ ਵਿੱਚ ਆਵਾਂਗੇ, ਨਵੀਂ ਖਾਲ ਲਵਾਂਗੇ। ਇਹ ਅਭਿਆਸ ਪੱਕਾ ਕਰੋ। ਤੁਸੀਂ ਜਾਣਦੇ ਹੋ ਆਤਮਾ 84 ਸਰੀਰ ਲੈਂਦੀ ਹੈ। ਮਨੁੱਖਾਂ ਨੇ ਫਿਰ 84 ਲੱਖ ਕਹਿ ਦਿੱਤਾ। ਬਾਪ ਦੇ ਲਈ ਤਾਂ ਅਣਗਿਣਤ ਤਿੱਕਰ ਪਿੱਤਰ ਵਿੱਚ ਕਹਿ ਦਿੰਦੇ ਨੇ। ਉਸ ਨੂੰ ਕਿਹਾ ਜਾਂਦਾ ਧਰਮ ਦੀ ਗਲਾਨੀ। ਮਨੁੱਖ ਸਵੱਛ ਬੁੱਧੀ ਤੋਂ ਬਿਲਕੁਲ ਤੁੱਛ ਬੁੱਧੀ ਬਣ ਜਾਂਦੇ ਨੇ। ਹੁਣ ਬਾਪ ਆ ਕੇ ਤੁਹਾਨੂੰ ਸਵੱਛ ਬੁੱਧੀ ਬਣਾਉਂਦੇ ਨੇ। ਸਵੱਛ ਬੁੱਧੀ ਬੰਦੇ ਨੇ ਯਾਦ ਨਾਲ ਬਾਪ ਕਹਿੰਦੇ ਨੇ। ਨਵਯੁਗ ਆਂਦਾ ਹੈ, ਉਸ ਦੀ ਨਿਸ਼ਾਨੀ ਹੈ ਮਹਾਭਾਰਤ ਲੜਾਈ। ਇਹ ਉਹੀ ਮੂਸਲਾਂ ਦੀ ਲੜਾਈ ਹੈ ਨਾ, ਜਿਸ ਵਿੱਚ ਅਨੇਕ ਧਰਮ ਵਿਨਾਸ਼, ਇੱਕ ਸਤ ਧਰਮ ਦੀ ਸਥਾਪਨਾ ਹੋਈ ਸੀ। ਜ਼ਰੂਰ ਭਗਵਾਨ ਹੋਵੇਗਾ ਨਾ। ਸ਼੍ਰੀ ਕ੍ਰਿਸ਼ਨ ਇੱਥੇ ਕਿਵੇਂ ਆ ਸਕਦਾ ਹੈ? ਗਿਆਨ ਦਾ ਸਾਗਰ ਨਿਰਾਕਾਰ ਹੈ ਜਾਂ ਸ਼੍ਰੀ ਕ੍ਰਿਸ਼ਨ? ਉਹ ਤਾਂ ਹੈ ਹੀ ਪਵਿੱਤਰ। ਸ਼੍ਰੀ ਕ੍ਰਿਸ਼ਨ ਨੂੰ ਇਹ ਗਿਆਨ ਨਹੀਂ ਹੋਏਗਾ। ਇਹ ਗਿਆਨ ਗੁੰਮ ਹੋ ਜਾਂਦਾ ਹੈ। ਫਿਰ ਤੁਹਾਡੇ ਭਗਤੀ ਮਾਰਗ ਵਿੱਚ ਚਿੱਤਤ ਬਣਨਗੇ। ਤੁਸੀਂ ਹੀ ਪੂਜੇ ਤੋਂ ਪੁਜਾਰੀ ਬਣਦੇ ਹੋ। ਕਲਾ ਘੱਟ ਹੋ ਜਾਂਦੀ ਹੈ, ਆਯੂ ਵੀ ਘੱਟ ਹੋ ਜਾਂਦੀ ਹੈ, ਕਿਉਂਕਿ ਭੋਗੀ ਬਣ ਜਾਂਦੇ ਹੋ। ਉੱਥੇ ਨੇ ਯੋਗੀ। ਐਵੇਂ ਨਹੀਂ ਕਿਸੇ ਦੀ ਯਾਦ ਵਿੱਚ ਯੋਗ ਲਗਾਉਂਦੇ ਹੋ। ਉਹ ਤਾਂ ਹੈ ਹੀ ਪਵਿੱਤਰ। ਸ਼੍ਰੀ ਕ੍ਰਿਸ਼ਨ ਨੂੰ ਯੋਗੇਸ਼ਵਰ ਕਹਿੰਦੇ ਨੇ। ਇਸ ਸਮੇਂ ਸ਼੍ਰੀ ਕ੍ਰਿਸ਼ਨ ਦੀ ਆਤਮਾ ਬਾਪ ਦੇ ਨਾਲ ਯੋਗ ਲਗਾ ਰਹੀ ਹੈ। ਸ਼੍ਰੀ ਕ੍ਰਿਸ਼ਨ ਦੀ ਆਤਮਾ ਇਸ ਸਮੇਂ ਯੋਗੇਸ਼ਵਰ ਹੈ। ਸਾਜੁਗ ਵਿੱਚ ਐਵੇਂ ਨਹੀਂ ਕਹਾਂਗੇ। ਉੱਥੇ ਤਾਂ ਯੋਗੇਸ਼ਵਰ ਨਹੀਂ ਪ੍ਰਿੰਸ ਬੰਦੀ ਹੈ। ਪਿਛਾੜੀ ਵਿੱਚ ਤੁਹਾਡੀ ਅਜਿਹੀ ਅਵਸਥਾ ਹੋਣੀ ਚਾਹੀਦੀ ਹੈ। ਬਾਪ ਦੇ ਸਿਵਾ ਕਿਸੇ ਦੀ ਸਰੀਰ ਦੀ ਯਾਦ ਨਾ ਰਹੇ। ਸਰੀਰ ਤੋਂ ਪੁਰਾਣੀ ਦੁਨੀਆ ਤੋਂ ਮਮਤਾ ਮਿਟ ਜਾਵੇ। ਸੰਨਿਆਸੀ ਰਹਿੰਦੇ ਪੁਰਾਣੀ ਦੁਨੀਆ ਵਿੱਚ ਹੈ। ਘਰ-ਬਾਰ ਤੋਂ ਮਮਤਾ ਮਿਟਾ ਦਿੰਦੇ ਨੇ। ਬ੍ਰਹਮ ਨੂੰ ਈਸ਼ਵਰ ਸਮਝ ਉਹਨਾਂ ਤੋਂ ਯੋਗ ਲਗਾਉਂਦੇ ਨੇ। ਆਪਣੇ ਆਪ ਨੂੰ ਬ੍ਰਹਮ ਗਿਆਨੀ, ਤੱਤਵ ਗਿਆਨੀ ਕਹਿੰਦੇ ਨੇ। ਸਮਝਦੇ ਨੇ ਅਸੀਂ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਬਾਪ ਕਹਿੰਦੇ ਨੇ ਇਹ ਸਭ ਰੋਂਗ ਹੈ। ਰਾਈਟ ਤਾਂ ਮੈਂ ਹਾਂ। ਮੈਨੂੰ ਕਿਹਾ ਜਾਂਦਾ ਟਰੁੱਥ, ਸੱਤ। ਬਾਪ ਸਮਝਾਉਂਦੇ ਨੇ ਯਾਦ ਦੀ ਯਾਤਰਾ ਬੜੀ ਪੱਕੀ ਚਾਹੀਦੀ ਹੈ। ਗਿਆਨ ਤਾਂ ਬੜਾ ਸਹਿਜ ਹੈ। ਦੇਹੀ ਅਭਿਮਾਨੀ ਬਣਨ ਵਿੱਚ ਮਿਹਨਤ ਹੈ। ਬਾਪ ਕਹਿੰਦੇ ਨੇ ਕਿਸੇ ਦੀ ਵੀ ਦੇ ਯਾਦ ਨਾ ਆਵੇ। ਇਹ ਹੈ ਭੂਤਾਂ ਦੀ ਪੂਜਾ, ਭੂਤ ਪੂਜਾ। ਭੂਤਾਂ ਦੀ ਯਾਦ ਕਹਾਂਗੇ ਨਾ। ਮੈਂ ਤਾਂ ਅਸ਼ਰੀਰੀ ਹਾਂ। ਤੁਹਾਨੂੰ ਯਾਦ ਕਰਨਾ ਹੈ ਸਿਰਫ ਮੈਨੂੰ। ਇਹਨਾਂ ਅੱਖਾਂ ਨਾਲ ਦੇਖਦੇ ਹੋਏ ਵੀ ਬੁੱਧੀ ਨਾਲ ਸਿਰਫ ਇੱਕ ਬਾਪ ਨੂੰ ਯਾਦ ਕਰੋ। ਬਾਪ ਦੇ ਡਾਇਰੈਕਸ਼ਨ ਤੇ ਚੱਲੋ ਤਾਂ ਧਰਮਰਾਜ ਦੀਆਂ ਸਜ਼ਾਵਾਂ ਤੋਂ ਛੁੱਟ ਜਾਓਗੇ। ਪਾਵਨ ਬਣੋਗੇ ਤਾਂ ਸਜ਼ਾਵਾਂ ਖਤਮ ਹੋ ਜਾਣਗੀਆਂ। ਬੜੀ ਭਾਰੀ ਮੰਜ਼ਿਲ ਹੈ। ਪ੍ਰਜਾ ਬਣਨਾ ਤਾਂ ਬੜਾ ਸਹਿਜ ਹੈ। ਉਸ ਵਿੱਚ ਸਾਹੂਕਾਰ ਪ੍ਰਜਾ, ਗਰੀਬ ਪ੍ਰਜਾ, ਕੌਣ ਬਣ ਸਕਦੇ ਨੇ। ਸਭ ਸਮਝਦੇ ਨੇ। ਪਿਛਾੜੀ ਵਿੱਚ ਤੁਹਾਡੀ ਬੁੱਧੀ ਦਾ ਯੋਗ ਰਹਿਣਾ ਚਾਹੀਦਾ ਹੈ। ਇੱਕ ਬਾਪ ਦੇ ਘਰ ਨਾਲ ਜਿਵੇਂ
ਐਕਟਰ ਦਾ ਨਾਟਕ ਵਿੱਚ ਪਾਰਟ ਪੂਰਾ ਹੋਇਆ। ਬੁੱਧੀ ਘਰ ਵੱਲ ਚਲੀ ਜਾਂਦੀ ਹੈ। ਇਹ ਹੈ ਬੇਹੱਦ ਦੀ ਗੱਲ। ਉਹ ਹੁੰਦੀ ਹੈ ਹੱਦ ਦੀ ਆਮਦਨੀ। ਇਹ ਹੈ ਬੇਹੱਦ ਦੀ ਆਮਦਨੀ। ਚੰਗੇ ਐਕਟਰ ਦੀ ਆਮਦਨੀ ਵੀ ਬਹੁਤ ਹੁੰਦੀ ਹੈ ਨਾ। ਬਾਪ ਕਹਿੰਦੇ ਨੇ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਬੁੱਧੀਯੋਗ ਉੱਥੇ ਲਗਾਣਾ ਹੈ। ਉਹ ਆਸ਼ੁਕ ਮਾਸ਼ੁਕ ਹੁੰਦੇ ਨੇ ਇੱਕ ਦੋ ਦੇ। ਇੱਥੇ ਤਾਂ ਸਭ ਆਸ਼ਿਕ ਨੇ ਇੱਕ ਮਾਸ਼ੂਕ ਦੇ। ਉਹਨਾਂ ਨੂੰ ਸਭ ਯਾਦ ਕਰਦੇ ਨੇ। ਵੰਡਰਫੁਲ ਮੁਸਾਫਿਰ ਹੈ ਨਾ। ਇਸ ਸਮੇਂ ਆਏ ਨੇ ਸਭ ਨੂੰ ਦੁੱਖਾਂ ਤੋਂ ਛੁੜਾ ਕੇ ਸਦਗਤੀ ਵਿੱਚ ਲੈ ਜਾਂਦੇ ਨੇ। ਉਹਨਾਂ ਨੂੰ ਕਿਹਾ ਜਾਂਦਾ ਸੱਚਾ ਸੱਚਾ ਮਾਸ਼ੂਕ। ਉਹ ਇੱਕ ਦੋ ਦੇ ਸਰੀਰ ਤੇ ਆਸ਼ਿਕ ਹੁੰਦੇ ਨੇ। ਵਿਕਾਰ ਦੀ ਗੱਲ ਨਹੀਂ। ਉਹਨਾਂ ਨੂੰ ਕਹਾਂਗੇ ਦੇ ਅਭਿਮਾਨ ਦਾ ਯੋਗ। ਉਹ ਭੂਤਾਂ ਦੀ ਯਾਦ ਹੋ ਗਈ ਨਾ। ਮਨੁੱਖ ਨੂੰ ਯਾਦ ਕਰਨਾ ਮਾਨਾ ਪੰਜ ਭੂਤਾਂ ਨੂੰ ਪ੍ਰਕਿਰਤੀ ਨੂੰ ਯਾਦ ਕਰਨਾ। ਬਾਪ ਕਹਿੰਦੇ ਨੇ ਪ੍ਰਕਿਰਤੀ ਨੂੰ ਭੁੱਲ ਮੈਨੂੰ ਯਾਦ ਕਰੋ। ਇਸ ਵਿੱਚ ਹੀ ਮਿਹਨਤ ਹੈ। ਫਿਰ ਦੈਵੀ ਗੁਣ ਵੀ ਚਾਹੀਦੇ ਨੇ ਨਾ। ਕੋਈ ਤੋਂ ਬਦਲਾ ਲੈਣਾ ਇਹ ਵੀ ਆਸਰੀ ਗੁਣ ਹੈ। ਸਾਜੁਗ ਵਿੱਚ ਹੁੰਦਾ ਹੈ ਇੱਕ ਧਰਮ, ਬਦਲੇ ਦੀ ਗੱਲ ਨਹੀਂ। ਉਹ ਹੈ ਅਦਵੈਤ ਦੇਵੀ ਦੇਵਤਾ ਧਰਮ ਜੋ ਸ਼ਿਵ ਬਾਬਾ ਫਿਕਰ ਹੋਰ ਕੋਈ ਸਥਾਪਨ ਕਰ ਨਹੀਂ ਸਕਦਾ। ਸੁੱਖ ਵਤਨ ਵਾਸੀ ਦੇਵਤਾਵਾਂ ਨੂੰ ਕਹਾਂਗੇ ਫਰਿਸ਼ਤੇ। ਇਸ ਸਮੇਂ ਤੁਸੀਂ ਬ੍ਰਾਹਮਣ, ਫਿਰ ਬਣੋਗੇ ਫਰਿਸ਼ਤੇ। ਫਿਰ ਵਾਪਿਸ ਜਾਓਗੇ ਘਰ ਨਵੀਂ ਦੁਨੀਆ ਵਿੱਚ ਆ ਕੇ। ਫਿਰ ਦੈਵੀ ਗੁਣ ਵਾਲੇ ਅਰਥਾਤ ਮਾਨੁਸ਼ ਤੋਂ ਦੇਵਤਾ ਬਣੋਗੇ। ਹੁਣ ਸ਼ੂਦਰ ਤੋਂ ਬ੍ਰਾਹਮਣ ਬਣਦੇ ਹੋ। ਪ੍ਰਜਾਪਿਤਾ ਬ੍ਰਹਮਾ ਦਾ ਬੱਚਾ ਹੀ ਨਹੀਂ ਬਣਿਆ ਤਾਂ ਵਰਸਾ ਲੋਗੇ ਕਿਵੇਂ? ਇਹ ਪ੍ਰਜਾਪਿਤਾ ਬ੍ਰਹਮਾ ਤੇ ਮੰਮਾ ਇਹੀ ਫਿਰ ਸ਼੍ਰੀ ਲక్ష్ਮੀ ਨਾਰਾਇਣ ਬੰਦੇ ਨੇ। ਹੁਣ ਦੇਖੋ ਤੁਹਾਨੂੰ ਜੈਨੀ ਲੋਕ ਕਹਿੰਦੇ ਨੇ ਸਾਡਾ ਜੈਨ ਧਰਮ ਸਭ ਤੋਂ ਪੁਰਾਣਾ ਹੈ। ਵਾਸਤਵ ਵਿੱਚ ਮਹਾਵੀਰ ਤਾਂ ਆਦਿ ਦੇ ਬ੍ਰਹਮਾ ਨੂੰ ਕਹਿੰਦੇ ਨੇ। ਹੈ ਬ੍ਰਹਮਾ ਹੀ, ਪਰ ਕੋਈ ਜੈਨ ਮੁਨੀ ਆ ਗਿਆ, ਉਸਨੇ ਮਹਾਵੀਰ ਨਾਮ ਰੱਖ ਦਿੱਤਾ। ਹੁਣ ਤਾਂ ਤੁਸੀਂ ਸਾਰੇ ਮਹਾਵੀਰ ਹੋ ਨਾ। ਮਾਇਆ ਤੇ ਜਿੱਤ ਪਾਉਂਦੇ ਹੋ। ਤੁਸੀਂ ਸਭ ਬਹਾਦਰ ਬੰਦੇ ਹੋ। ਸੱਚੇ ਸੱਚੇ ਮਹਾਵੀਰ ਮਹਾਵੀਰਨੀਆਂ ਤੁਸੀਂ ਹੋ। ਤੁਹਾਡਾ ਨਾਮ ਹੈ ਸ਼ਿਵ ਸ਼ਕਤੀ। ਸ਼ੇਰ ਤੇ ਸਵਾਰੀ ਹੈ ਮਹਾਰਥੀਆਂ ਦੀ ਹਾਥੀ ਤੇ। ਫਿਰ ਬਾਪ ਕਹਿੰਦੇ ਮੰਜ਼ਿਲ ਬੜੀ ਭਾਰੀ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ। ਵਿਕਰਮ ਵਿਨਾਸ਼ ਹੋ ਹੋਰ ਕੋਈ ਰਸਤਾ ਨਹੀਂ। ਯੋਗ ਬਲ ਨਾਲ ਤੁਸੀਂ ਵਿਸ਼ਵ ਤੇ ਰਾਜ ਕਰਦੇ ਹੋ। ਆਤਮਾ ਕਹਿੰਦੀ ਹੈ ਹੁਣ ਮੈਨੂੰ ਵਾਪਿਸ ਘਰ ਜਾਣਾ ਹੈ। ਇਹ ਪੁਰਾਣੀ ਦੁਨੀਆ ਹੈ। ਇਹ ਹੈ ਬੇਹੱਦ ਦਾ ਸੰਨਿਆਸ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹਿਣਾ ਹੈ। ਚੱਕਰ ਨੂੰ ਸਮਝਣ ਨਾਲ ਚੱਕਰਵਤੀ ਰਾਜਾ ਬਣ ਜਾਓਗੇ। ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਧਰਮ ਰਾਜ ਦੀਆਂ ਸਜ਼ਾਵਾਂ ਤੋਂ ਬਚਣ ਦੇ ਲਈ ਕਿਸੇ ਦੀ ਵੀ ਦੇਹ ਨੂੰ ਯਾਦ ਨਹੀਂ ਕਰਨਾ। ਇਹਨਾਂ ਅੱਖਾਂ ਨਾਲ ਸਭ ਕੁਝ ਦੇਖਦੇ ਇੱਕ ਬਾਪ ਨੂੰ ਯਾਦ ਕਰਨਾ ਹੈ। ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਪਾਵਨ ਬਣਨਾ ਹੈ। ਦੂਜਾ ਮੁਕਤੀ ਜੀਵਨ ਮੁਕਤੀ ਦਾ ਰਸਤਾ ਸਭ ਨੂੰ ਦੱਸਣਾ ਹੈ। ਹੁਣ ਨਾਟਕ ਪੂਰਾ ਹੋਇਆ। ਵਾਪਿਸ ਘਰ ਜਾਣਾ ਹੈ। ਇਸ ਸਮ੍ਰਿਤੀ ਨਾਲ ਆਮਦਨੀ ਜਮਾ ਕਰਨੀ ਹੈ। ਵਰਦਾਨ ਹੈ 1 ਸੈਕਿੰਡ ਦੀ ਬਾਜੀ ਨਾਲ ਸਾਰੇ ਕਲਪ ਦੀ ਤਕਦੀਰ ਬਣਾਉਣ ਵਾਲੇ ਸ੍ਰੇਸ਼ਟ ਤਕਦੀਰਵਾਨ ਭਵ। 1 ਸੈਕਿੰਡ ਦੀ ਬਾਜੀ ਨਾਲ ਸਾਰੇ ਕਲਪ ਦੀ ਤਕਦੀਰ ਬਣਾਉਣ ਵਾਲੇ ਸ੍ਰੇਸ਼ਟ ਤਕਦੀਰਵਾਨ ਭਵ। ਇਹ ਸੰਗਮ ਦੇ ਸਮੇਂ ਨੂੰ ਵਰਦਾਨ ਮਿਲਿਆ ਹੈ। ਜੋ ਚਾਹੋ ਜਿਹੋ ਜਿਹਾ ਚਾਹੋ ਜਿੰਨਾ ਚਾਹੋ ਓਨਾ ਭਾਗੇ ਬਣਾ ਸਕਦੇ ਹੋ। ਕਿਉਂਕਿ ਭਾਗੇ ਵਿਦਾਤਾ ਬਾਬਾ ਨੇ ਤਕਦੀਰ ਬਣਾਉਣ ਦੀ ਚਾਬੀ ਬੱਚਿਆਂ ਦੇ ਹੱਥ ਵਿੱਚ ਦੇ ਦਿੱਤੀ।
ਲਾਸਟ ਵਾਲਾ ਵੀ ਫਾਸਟ ਜਾ ਕੇ ਫਸਟ ਆ ਸਕਦਾ ਹੈ। ਸਿਰਫ ਸੇਵਾਵਾਂ ਦੇ ਵਿਸਤਾਰ ਵਿੱਚ ਖੁਦ ਦੀ ਸਥਿਤੀ ਸੈਕਿੰਡ ਵਿੱਚ ਸਾਰ ਸਰੂਪ ਬਣਾਉਣ ਦਾ ਅਭਿਆਸ ਕਰੋ। ਹੁਣੇ ਡਾਇਰੈਕਸ਼ਨ ਮਿਲੇ, 1 ਸੈਕਿੰਡ ਵਿੱਚ ਮਾਸਟਰ ਬੀਜ ਰੂਪ ਹੋ ਜਾਓ। ਟਾਈਮ ਨਾ ਲੱਗੇ। ਇਸ 1 ਸੈਕਿੰਡ ਦੀ ਬਾਜੀ ਨਾਲ ਸਾਰੇ ਕਲਪ ਦੀ ਤਕਦੀਰ ਬਣਾ ਸਕਦੇ ਹੋ। स्लोगन है, डबल सेवा द्वारा पावरफुल वायुमंडल बनाओ ता प्रकृति दासी बन जाएगी। डबल सेवा द्वारा पावरफुल वायुमंडल बनाओ ता प्रकृति दासी बन जाएगी। अव्यक्त इशारे, एकांत प्रिय बनो, एकता ते एकाग्रता नु अपनाओ। अनेक वृक्षां दियां टालियां हुण एक चंदन दा वृक्ष हो गईयां। ਲੋਕ ਕਹਿੰਦੇ ਨੇ 4 ਮਾਤਾਵਾਂ ਵੀ ਇਕੱਠੀਆਂ ਨਹੀਂ ਰਹਿ ਸਕਦੀਆਂ। ਹੁਣ ਇੱਥੇ ਸਾਰੀਆਂ ਮਾਤਾਵਾਂ ਸਾਰੇ ਵਿਸ਼ਵ ਵਿੱਚ ਏਕਤਾ ਸਥਾਪਨ ਕਰਨ ਦੇ ਨਿਮਿਤ ਨੇ। ਮਾਤਾਵਾਂ ਨੇ ਭਿੰਨਤਾ ਵਿੱਚ ਏਕਤਾ ਲਾਈ ਹੈ। ਦੇਸ਼ ਵੱਖ ਹੈ, ਭਾਸ਼ਾ ਵੱਖ ਹੈ, ਕਲਚਰ ਵੀ ਵੱਖ ਹੈ, ਲੇਕਿਨ ਤੁਸੀਂ ਲੋਕਾਂ ਨੇ ਭਿੰਨਤਾ ਨੂੰ ਏਕਤਾ ਵਿੱਚ ਲਿਆਂਦਾ ਹੈ। ਓਮ ਸ਼ਾਂਤੀ।